ਸਬਤ ਦੀ ਆਰਾਧਨਾ ਦਾ ਮੁਬਾਰਕ ਸਮਾਂ ਆ ਗਿਆ ਹੈ। ਭਰਾਵੋ ਤੇ ਭੈਣੋ, ਕਿਉਂਕਿ ਪਸਾਹ ਦਾ ਪਰਵ ਜਲਦੀ ਹੀ ਆ ਰਿਹਾ ਹੈ, ਤਦ ਆਓ ਅਸੀਂ ਬਾਈਬਲ ਦੇ ਮਾਧਿਅਮ ਨਾਲ ਪਸਾਹ ਦੇ ਮਹੱਤਵ ਦੇ ਬਾਰੇ ਪੁਸ਼ਟੀ ਕਰੀਏ। ਇਸ ਦੇ ਮਹੱਤਵ ਨੂੰ ਮਹਿਸੂਸ ਕਰਦੇ ਹੋਏ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਹਰਕਾਰਿਆਂ ਦੇ ਮਿਸ਼ਨ ਨੂੰ ਪੂਰਾ ਕਰੋ, ਜੋ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਨਵੇਂ ਨੇਮ ਦੇ ਪਸਾਹ ਦਾ ਸੱਚ ਪਹੁੰਚਾਉਂਦਾ ਹੈ। ਅੱਜ ਆਓ ਅਸੀਂ ਪਸਾਹ ਦਾ ਪਰਵ ਪਰਮੇਸ਼ਰ ਦੇ ਵੱਲ ਮੁੜਨ ਦਾ ਰਾਹ ਹੈ, ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਰ ਦੇ ਵਚਨਾਂ ਨੂੰ ਸਾਂਝਾ ਕਰਨ ਦਾ ਸਮਾਂ ਲਈਏ। ਪਸਾਹ ਦੇ ਪਰਵ ਦੇ ਬਿਨਾਂ ਪਰਮੇਸ਼ਰ ਦੇ ਵੱਲ ਫਿਰਨ ਦਾ ਕੋਈ ਦੂਸਰਾ ਰਾਹ ਨਹੀਂ ਹੈ। ਪਰਮੇਸ਼ਰ ਨੇ ਪਸਾਹ ਦੇ ਪਰਵ ਦੇ ਦੁਆਰਾ ਇਸ ਪਾਪ ਭਰੇ ਸੰਸਾਰ ਵਿੱਚ ਪਾਪਾਂ ਦੀ ਮਾਫੀ ਪਾਉਣ ਦਾ ਅਤੇ ਪਰਮੇਸ਼ਰ ਵੱਲ ਮੁੜਨ ਦਾ ਰਾਹ ਖੋਲ ਦਿੱਤਾ ਹੈ। ਇਸ ਪ੍ਰਕਾਰ ਚਰਚ ਜੋ ਕਹਿੰਦੇ ਹਨ ਸਾਨੂੰ ਪਸਾਹ ਮਨਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਉਹ ਹਨ ਜੋ ਪਰਮੇਸ਼ਰ ਦੇ ਵੱਲ ਮੁੜਨ ਤੋਂ ਇਨਕਾਰ ਕਰਦੇ ਹਨ। ਇਹ ਇੱਕ ਸੱਚ ਹੈ ਜਿਸ ਨੂੰ ਸਾਨੂੰ ਨਿਸ਼ਚਿਤ ਰੂਪ ਨਾਲ ਸਮਝਣਾ ਚਾਹੀਦਾ ਹੈ। ਆਓ ਅਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਦੇ ਹਾਂ ਕਿ ਕਿਹੜਾ ਚਰਚ ਅਸਲ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ ਅਤੇ ਉਹਨਾਂ ਦੇ ਵੱਲ ਮੁੜਦਾ ਹੈ, ਅਤੇ ਉਹ ਸੱਚਾਈ ਕੀ ਹੈ ਜਿਸ ਦੇ ਮਾਧਿਅਮ ਨਾਲ ਲੋਕ ਪਰਮੇਸ਼ਰ ਦੇ ਵੱਲ ਮੁੜ ਸਕਦੇ ਹਨ। ਅੱਜ ਆਓ ਅਸੀਂ ਬਾਈਬਲ ਵਿੱਚ ਦਿੱਤੀਆਂ ਗਈਆਂ ਸਾਖੀਆਂ ਦੇ ਮਾਧਿਅਮ ਨਾਲ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਦੀ ਪੁਸ਼ਟੀ ਕਰੀਏ। ਆਓ ਦੂਸਰਾ ਇਤਿਹਾਸ ਅਧਿਆਇ 30 ਦਾ 1 ਤੇ 1 ਨਜ਼ਰ ਪਾਈਏ। ਹਿਜਕੀਆ ਨੇ ਸਾਰੇ ਇਜ਼ਰਾਈਲ ਅਤੇ ਯਹੂਦਾ ਨੂੰ ਅਖਵਾ ਘੱਲਿਆ, ਨਾਲੇ ਅਫਰੇਮ ਅਤੇ ਮਨਸ਼ੇ ਵੱਲ ਵੀ ਪੱਤਰ ਲਿਖ ਘੱਲੇ ਕਿ ਯਹੋਵਾ ਦੇ ਭਵਨ ਲਈ ਯਰੂਸ਼ਲਮ ਵਿੱਚ ਯਹੋਵਾ ਇਜ਼ਰਾਈਲ ਦੇ ਪਰਮੇਸ਼ਰ ਦੀ ਪਸਾਹ ਕਰਨ ਨੂੰ ਆਉਣ। ਕਿਉਂ ਜੋ ਪਾਤਸ਼ਾਹ ਸਰਦਾਰਾਂ ਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਾਹ ਮਨਾਉਣ ਦੀ ਸਲਾਹ ਕਰ ਲਈ ਸੀ, ਉਹ ਉਸ ਵੇਲੇ ਉਹਨੂੰ ਨਾ ਮਨਾ ਸਕੇ। ਇਸ ਲਈ ਭਾਈ ਯਾਜਕਾਂ ਨੇ ਕਾਫੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯਰੂਸ਼ਲਮ ਵਿੱਚ ਇਕੱਠੇ ਨਹੀਂ ਹੋਏ ਸਨ। ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਅਤੇ ਸਾਰੀ ਸਭਾ ਦੀ ਨਿਗਾਹ ਵਿੱਚ ਠੀਕ ਸੀ, ਸੋ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬੇਰਸ਼ਬਾ ਤੋਂ ਦਾਨ ਤੀਕ ਸਾਰੇ ਇਜ਼ਰਾਈਲ ਵਿੱਚ ਡੋਂਡੀ ਪਿਟਾਈ ਜਾਵੇ ਕਿ ਯਰੂਸ਼ਲਮ ਵਿੱਚ ਆ ਕੇ ਯਹੋਵਾ ਇਜ਼ਰਾਈਲ ਦੇ ਪਰਮੇਸ਼ਰ ਲਈ ਪਸਾਹ ਮਨਾਈ ਜਾਵੇ। ਕਿਉਂ ਜੋ ਉਹਨਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ, ਸੋ ਹਰਕਾਰੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਹੱਥਾਂ ਦੇ ਪਰਵਾਨੇ ਲੈ ਕੇ ਸਾਰੇ ਇਜ਼ਰਾਈਲ ਅਤੇ ਯਹੂਦਾ ਵਿੱਚ ਗਏ ਅਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਆਖ ਕੇ ਕਿ ਹੇ ਇਜ਼ਰਾਈਲੀਓ, ਤੁਸੀਂ ਯਹੋਵਾ ਵੱਲ ਮੁੜੋ, ਜਿਹੜਾ ਅਬਰਾਹਮ ਅਰ ਇਸਹਾਕ ਅਰ ਇਜ਼ਰਾਈਲ ਦਾ ਪਰਮੇਸ਼ਰ ਹੈ, ਤਾਂ ਉਹ ਤੁਹਾਡੇ ਬਕੀਹੇ ਵੱਲ ਜਿਹੜਾ ਅਸ਼ੁਰ ਦੇ ਪਾਤਸ਼ਾਹ ਦੇ ਹੱਥੋਂ ਬਚ ਗਿਆ ਹੈ ਫਿਰ ਮੁੜੇ। ਸਾਡੇ ਲਈ ਪਰਮੇਸ਼ਰ ਦੇ ਵੱਲ ਮੁੜਨ ਦਾ ਰਾਹ ਪਸਾਹ ਹੈ। ਦੂਜਾ ਇਤਿਹਾਸ ਅਧਿਆਇ 30 ਵਿੱਚ ਇਹ ਲਿਖਿਆ ਹੈ ਕਿ ਸਾਨੂੰ ਪਸਾਹ ਦੇ ਮਾਧਿਅਮ ਨਾਲ ਪਰਮੇਸ਼ਰ ਦੇ ਵੱਲ ਮੁੜਨਾ ਚਾਹੀਦਾ ਹੈ। ਉਹਨਾਂ ਦਿਨਾਂ ਵਿੱਚ ਇਜ਼ਰਾਈਲੀਆਂ ਨੂੰ 2 ਦੇਸ਼ਾਂ ਵਿੱਚ ਵੰਡਿਆ ਗਿਆ ਸੀ, ਦੱਖਣ ਵਿੱਚ ਯਹੂਦਾ ਅਤੇ ਉੱਤਰ ਵਿੱਚ ਇਜ਼ਰਾਈਲ। ਇਜ਼ਰਾਈਲ ਦੇ ਦੋਨੇ ਦੇਸ਼, ਉੱਤਰ ਵਿੱਚ ਇਜ਼ਰਾਈਲ ਅਤੇ ਦੱਖਣ ਵਿੱਚ ਯਹੂਦਾ, ਪਰਮੇਸ਼ਰ ਤੇ ਵਿਸ਼ਵਾਸ ਰੱਖਦੇ ਸੀ। ਹਾਲਾਂਕਿ ਉਹਨਾਂ ਨੇ ਲੰਬੇ ਸਮੇਂ ਤੱਕ ਪਸਾਹ ਦਾ ਪਰਵ ਨਹੀਂ ਮਨਾਇਆ ਸੀ, ਪਰ ਆਖਿਰਕਾਰ ਉਹਨਾਂ ਦੇ ਲਈ ਪਸਾਹ ਦਾ ਪਰਵ ਮਨਾਉਣ ਦਾ ਰਾਹ ਖੋਲ ਦਿੱਤਾ ਗਿਆ। ਰਾਜਾ ਹਿਜਕੀਆ ਨੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਪ੍ਰਚਾਰ ਕਰਨ ਦੇ ਲਈ ਹਰਕਾਰਿਆਂ ਨੂੰ ਭੇਜਿਆ। ਪਰਮੇਸ਼ਰ ਦੇ ਵੱਲ ਫਿਰਨ ਦੇ ਲਈ ਤੁਹਾਨੂੰ ਪਸਾਹ ਮਨਾਉਣਾ ਚਾਹੀਦਾ ਹੈ। ਜਿੱਥੇ ਪਰਮੇਸ਼ਰ ਰਹਿੰਦੇ ਹਨ ਉੱਥੇ ਇਕੱਠੇ ਹੋ ਜਾਓ, ਪਰਮੇਸ਼ਰ ਦੇ ਵੱਲ ਮੁੜੋ। ਉਸ ਦਾ ਅਰਥ ਸੀ ਕਿ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਵਿਸ਼ਵਾਸ ਗਵਾ ਕੇ ਆਪਣੇ ਆਪ ਨੂੰ ਪਰਮੇਸ਼ਰ ਤੋਂ ਅਲੱਗ ਕਰ ਦਿੱਤਾ ਹੈ, ਪਸਾਹ ਦਾ ਪਰਵ ਮਨਾਉਣ ਦੇ ਦੁਆਰਾ ਪਰਮੇਸ਼ਰ ਦੇ ਵੱਲ ਮੁੜਨਾ ਚਾਹੀਦਾ ਹੈ। ਪਰਮੇਸ਼ਰ ਨੇ ਪਸਾਹ ਦੇ ਪਰਵ ਵਿੱਚ ਬਹੁਤ ਅਰਥ ਲਗਾਏ ਹਨ। ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਾਨੂੰ ਪਸਾਹ ਵਿੱਚ ਪਰਮੇਸ਼ਰ ਦੇ ਵੱਲ ਮੁੜਨ ਦੇ ਲਈ ਕਾਬਿਲ ਬਣਾਉਣ ਦੀ ਸ਼ਕਤੀ ਹੈ। ਦੁਨੀਆ ਭਰ ਵਿੱਚ ਸਮੁੰਦਰ ਦੀ ਰੇਤ ਦੇ ਵਾਂਗ ਕਈ ਸਾਰੇ ਚਰਚ ਹਨ। ਉਹਨਾਂ ਵਿੱਚੋਂ ਕਿਹੜਾ ਚਰਚ ਅਸਲ ਵਿੱਚ ਪਰਮੇਸ਼ਰ ਦੇ ਵੱਲ ਮੁੜਿਆ ਹੈ? ਉਹਨਾਂ ਦਿਨਾਂ ਵਿੱਚ ਜਦ ਇਜ਼ਰਾਈਲ 2 ਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਸੀ, ਉੱਥੇ ਇਸ ਤਰ੍ਹਾਂ ਦੇ ਲੋਕ ਸੀ ਜੋ ਰਾਜਾ ਹਿਜਕੀਆ ਦਾ ਸੰਦੇਸ਼ ਸੁਣਨ ਦੇ ਬਾਅਦ ਪਰਮੇਸ਼ਰ ਦੇ ਵੱਲ ਮੁੜੇ ਅਤੇ ਪਸਾਹ ਦਾ ਪਰਵ ਮਨਾਇਆ ਸੀ। ਪਰ ਉੱਤਰੀ ਇਜ਼ਰਾਈਲ ਦੇ ਲੋਕਾਂ ਨੇ ਇਸ ਸੰਦੇਸ਼ ਨੂੰ ਕਿ ਪਸਾਹ ਦਾ ਪਰਵ ਮਨਾਉਣ ਲਈ ਚਲੇ ਆਓ ਅਤੇ ਪਰਮੇਸ਼ਰ ਦੇ ਵੱਲ ਮੁੜੋ ਮਜ਼ਾਕ ਵਿੱਚ ਉਡਾਇਆ ਅਤੇ ਉਸ ਦੀ ਨਿੰਦਾ ਕੀਤੀ। ਨਤੀਜੇ ਵਜੋਂ ਉਹ ਸਾਰੇ ਨਸ਼ਟ ਕੀਤੇ ਗਏ। ਇਜ਼ਰਾਈਲ ਦੇ ਇਤਿਹਾਸ ਤੇ ਧਿਆਨ ਕਰਦੇ ਹੋਏ ਇਸ ਯੁੱਗ ਵਿੱਚ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਪਸਾਹ ਦੇ ਅਧਿਕਾਰ ਅਤੇ ਵਾਅਦੇ ਦੇ ਮਾਧਿਅਮ ਨਾਲ ਸਾਡੇ ਮਨ ਅਤੇ ਆਤਮਾ ਨੂੰ ਪਰਮੇਸ਼ਰ ਦੇ ਕੋਲ ਵਾਪਸ ਲਿਆਇਆ ਜਾ ਸਕਦਾ ਹੈ ਅਤੇ ਸਾਡੇ ਵਿਸ਼ਵਾਸ ਨੂੰ ਦੁਬਾਰਾ ਸਥਾਪਿਤ ਕੀਤਾ ਜਾ ਸਕਦਾ ਹੈ।
ਅੱਜ ਦੇ ਕਈ ਚਰਚਾਂ ਵਿੱਚ ਉਹ ਚਰਚ ਜੋ ਪਰਮੇਸ਼ਰ ਦੇ ਵੱਲ ਮੁੜਿਆ ਹੈ ਉਹ ਹੈ ਜੋ ਪਸਾਹ ਨੂੰ ਨਿਸ਼ਚਿਤ ਰੂਪ ਨਾਲ ਮਨਾਉਂਦਾ ਹੈ। ਪਰ ਇਜ਼ਰਾਈਲ ਦੇ ਲੋਕਾਂ ਦੇ ਵਾਂਗ ਜਿਨ੍ਹਾਂ ਨੇ ਰਾਜਾ ਹਿਜਕੀਆ ਦੇ ਦੁਆਰਾ ਭੇਜੇ ਗਏ ਸੰਦੇਸ਼ ਨੂੰ ਮਜ਼ਾਕ ਵਿੱਚ ਉਡਾਇਆ ਸੀ, ਅੱਜ ਕਈ ਚਰਚ ਹਨ ਜੋ ਪਸਾਹ ਦਾ ਪਰਵ ਨਹੀਂ ਮਨਾਉਂਦੇ ਅਤੇ ਉਸ ਚਰਚ ਦਾ ਮੁਖੌਲ ਕਰਦੇ ਹਨ ਜੋ ਪਸਾਹ ਦਾ ਪਰਵ ਮਨਾਉਂਦੇ ਹਨ। ਪਰਮੇਸ਼ਰ ਨੇ ਪਹਿਲਾਂ ਤੋਂ ਹੀ ਦੂਜਾ ਇਤਿਹਾਸ ਦੀ ਪੁਸਤਕ ਦੇ ਮਾਧਿਅਮ ਨਾਲ ਇਸ ਤਰ੍ਹਾਂ ਦੇ ਲੋਕਾਂ ਦੇ ਆਖਰੀ ਨਤੀਜੇ ਨੂੰ ਜਾਣਨ ਦਿੱਤਾ ਹੈ। ਇਸ ਲਈ ਭਾਵੇਂ ਹੀ ਅਸੀਂ ਹੁਣ ਨਹੀਂ ਦੇਖਦੇ, ਫਿਰ ਵੀ ਕੀ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਦਾ ਭਵਿੱਖ ਕੀ ਹੋਵੇਗਾ। ਜਿਵੇਂ ਜਿਵੇਂ ਪਸਾਹ ਦਾ ਪਰਵ ਜਲਦੀ ਆ ਰਿਹਾ ਹੈ, ਆਓ ਅਸੀਂ ਵੀ ਹਰਕਾਰਿਆਂ ਦੀ ਭੂਮਿਕਾ ਨਿਭਾਈਏ ਜੋ ਇਸ ਸੰਦੇਸ਼ ਦਾ ਪ੍ਰਚਾਰ ਕਰਦੇ ਹਨ ਕਿ ਪਸਾਹ ਦਾ ਪਰਵ ਮਨਾਓ ਅਤੇ ਪਰਮੇਸ਼ਰ ਵੱਲ ਮੁੜੋ। ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਉਸੇ ਸੰਦੇਸ਼ ਨੂੰ ਸਾਮਰੀਆ ਤੇ ਧਰਤੀ ਦੇ ਬੰਨੇ ਤੱਕ ਪਹੁੰਚਾਉਣਾ ਚਾਹੀਦਾ ਹੈ ਜਿਸ ਨੂੰ ਰਾਜਾ ਹਿਜਕੀਆ ਨੇ ਪਹੁੰਚਾਇਆ ਸੀ। ਹੁਣ ਆਓ ਅਸੀਂ ਇਸ ਗੱਲ ਤੇ ਧਿਆਨ ਕੇਂਦਰਿਤ ਕਰੀਏ ਕਿ ਪੁੱਤਰ ਦੇ ਯੁੱਗ ਵਿੱਚ ਪਰਮੇਸ਼ਰ ਨੇ ਸਾਨੂੰ ਨਵੇਂ ਨੇਮ ਦੇ ਪਸਾਹ ਦੇ ਬਾਰੇ ਵਿੱਚ ਕਿਵੇਂ ਸਿਖਾਇਆ ਸੀ। ਆਓ ਲੂਕਾ ਅਧਿਆਇ 22 ਵਚਨ 19 ਤੇ ਜਾਈਏ। ਆਇਤ 7 ਨਾਲ ਅਸੀਂ ਪਸਾਹ ਦੇ ਪਰਵ ਦੇ ਲਈ ਤਿਆਰੀ ਦੇਖ ਸਕਦੇ ਹਾਂ। ਆਇਤ 19, ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ, ਇਹ ਪਿਆਲਾ, ਉਹਨਾਂ ਨੇ ਇਸ ਪਿਆਲੇ ਨੂੰ ਕੀ ਕਿਹਾ, ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਪਰਮੇਸ਼ਰ ਨੇ ਪਸਾਹ ਦੇ ਪਰਵ ਨੂੰ ਨਵੇਂ ਨੇਮ ਦੇ ਰੂਪ ਵਿੱਚ ਦੱਸਿਆ ਹੈ। ਵਿਆਪਕ ਅਰਥ ਵਿੱਚ ਜਦ ਪਰਮੇਸ਼ਰ ਨੇ ਨਵੇਂ ਨੇਮ ਦੀ ਸਥਾਪਨਾ ਕੀਤੀ ਕਿ ਇਸ ਵਿੱਚ ਪਸਾਹ ਦਾ ਪਰਵ, ਸਬਤ, ਓੜਨੀ ਦਾ ਨਿਯਮ, ਬਪਤਿਸਮਾ ਅਤੇ ਹੋਰ ਸਾਰੇ ਹੁਕਮ ਅਤੇ ਵਿਵਸਥਾ ਵੀ ਸ਼ਾਮਿਲ ਨਹੀਂ ਹਨ। ਨਵੇਂ ਨੇਮ ਵਿੱਚ ਲਾਗੂ ਕਈ ਸੱਚਾਈਆਂ ਵਿੱਚੋਂ ਅੱਜ ਆਓ ਅਸੀਂ ਪਸਾਹ ਤੇ ਆਪਣਾ ਧਿਆਨ ਕੇਂਦਰਿਤ ਕਰੀਏ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਇਹ ਕਿਸ ਦੇ ਲਈ ਸਥਾਪਿਤ ਕੀਤਾ ਗਿਆ? ਯਿਸੂ ਨੇ ਕਿਹਾ, ਇਹ ਤੁਹਾਡੇ ਲਈ ਹੈ। ਪਰਮੇਸ਼ਰ ਨੇ ਐਲਾਨ ਕੀਤਾ ਕਿ ਉਹਨਾਂ ਨੇ ਪੂਰੀ ਦੁਨੀਆ ਭਰ ਵਿੱਚ ਸਾਰੀ ਮਨੁੱਖ ਜਾਤੀ ਦੇ ਲਈ ਨਵੇਂ ਨੇਮ ਪਸਾਹ ਦੀ ਸਥਾਪਨਾ ਕੀਤੀ। ਅੱਜ ਪਸਾਹ ਦੇ ਪਰਵ ਵਿੱਚ ਕਈ ਅਰਥਾਂ ਵਿੱਚੋਂ ਆਓ ਅਸੀਂ ਫਿਰ ਤੋਂ ਪੁਸ਼ਟੀ ਕਰੀਏ ਕਿ ਪਰਮੇਸ਼ਰ ਨੇ ਇਸ ਲਈ ਪਸਾਹ ਦਾ ਸੱਚ ਸਥਾਪਿਤ ਕੀਤਾ ਕਿ ਅਸੀਂ ਆਪਣੇ ਵਿਸ਼ਵਾਸ ਨੂੰ ਦੁਬਾਰਾ ਸਥਾਪਿਤ ਕਰੀਏ ਅਤੇ ਆਪਣੇ ਦਿਲ ਅਤੇ ਆਤਮਾ ਨੂੰ ਪਰਮੇਸ਼ਰ ਦੇ ਵੱਲ ਮੋੜੀਏ। ਆਓ ਅਸੀਂ ਇਬਰਾਨੀਓ ਅਧਿਆਇ 8 ਵਚਨ 7 ਦੀ ਪੁਸਤਕ ਵਿੱਚ ਪਰਮੇਸ਼ਰ ਦੀਆਂ ਸਿੱਖਿਆਵਾਂ ਨੂੰ ਦੇਖੀਏ। ਇਬਰਾਨੀਓ ਅਧਿਆਇ 8 ਵਚਨ 7, ਪਰ ਜੇ ਉਹ ਪਹਿਲਾ ਨੇਮ ਬੇਨੁਕਸ ਹੁੰਦਾ, ਇੱਥੇ ਪਹਿਲਾ ਨੇਮ ਪੁਰਾਣੇ ਨੇਮ ਅਰਥਾਤ ਮੂਸਾ ਦੀ ਵਿਵਸਥਾ ਹੈ ਜੋ ਸੀਨੇ ਪਹਾੜ ਤੇ ਸਥਾਪਿਤ ਕੀਤੀ ਗਈ ਸੀ। ਪਰ ਜੇ ਉਹ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੂਏ ਲਈ ਥਾਂ ਨਾ ਲੱਭੀ ਜਾਂਦੀ। ਦੂਸਰਾ ਨੇਮ ਨਵਾਂ ਨੇਮ ਹੈ, ਇਸ ਲਈ ਨਵੇਂ ਨੇਮ ਦੇ ਲਈ ਥਾਂ ਨਾ ਲੱਭੀ ਜਾਂਦੀ। ਪਹਿਲੇ ਨੇਮ ਵਿੱਚ ਕੁਝ ਕਮੀ ਸੀ। ਜਿਸ ਚੀਜ਼ ਵਿੱਚ ਕਮੀ ਸੀ ਉਹ ਜਾਂ ਤਾਂ ਲੋਕ ਜਾਂ ਬਲੀਦਾਨ ਦੀ ਭੇਂਟ ਆਦਿ ਸੀ। ਇਹ ਇਸ ਤੱਥ ਦੇ ਕਾਰਨ ਹੈ ਕਿ ਉਹ ਸਭ ਇੱਕ ਪਰਛਾਵਾਂ ਸੀ ਅਤੇ ਖੁਦ ਵਿੱਚ ਅਸਲੀਅਤ ਨਹੀਂ ਸੀ। ਆਓ ਆਇਤ 8 ਦੇ ਨਾਲ ਜਾਰੀ ਰੱਖੀਏ। ਵੇਖੋ, ਉਹ ਦਿਨ ਆ ਰਹੇ ਹਨ, ਪ੍ਰਭੂ ਆਖਦਾ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਉਸ ਨੇਮ ਵਾਂਗੂ ਨਹੀਂ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਸੀ। ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਪਾਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ। ਨਵੇਂ ਨੇਮ ਦੀਆਂ ਵਿਸ਼ੇਸ਼ਤਾਵਾਂ ਪੁਰਾਣੇ ਨੇਮ ਤੋਂ ਬਿਲਕੁਲ ਅਲੱਗ ਹਨ। ਉਹ ਤਾਂ ਮੇਰੇ ਨੇਮ ਉੱਤੇ ਕਾਇਮ ਨਾ ਰਹੇ ਅਤੇ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ, ਪ੍ਰਭੂ ਆਖਦਾ ਹੈ। ਵਚਨ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ ਦਾ ਕੀ ਅਰਥ ਹੈ? ਇਹ ਬਾਈਬਲ ਦੇ ਅੰਗਰੇਜ਼ੀ ਸੰਸਕਰਣ ਵਿੱਚ ਸਪਸ਼ਟ ਹੈ। ਇਸ ਵਚਨ ਦਾ ਅਰਥ ਹੈ ਕਿ ਪਰਮੇਸ਼ਰ ਹਮੇਸ਼ਾ ਇਜ਼ਰਾਈਲੀਆਂ ਦੇ ਨਾਲ ਰਹੇ ਸੀ। ਉਹ ਲਗਾਤਾਰ ਉਹਨਾਂ ਤੇ ਨਜ਼ਰ ਰੱਖਦੇ ਸੀ ਅਤੇ ਲੜਾਈ ਵਿੱਚ ਉਹਨਾਂ ਦੇ ਸਾਰੇ ਦੁਸ਼ਮਣਾਂ ਨੂੰ ਹਰਾਉਂਦੇ ਹੋਏ ਉਹਨਾਂ ਦੀ ਜਿੱਤ ਦੇ ਵੱਲ ਅਗਵਾਈ ਕਰਦੇ ਸੀ। ਭਾਵੇਂ ਹੀ ਪਰਮੇਸ਼ਰ ਨੇ ਇਹ ਸਭ ਕੀਤਾ, ਉਹ ਉਹਨਾਂ ਦੇ ਨੇਮ ਵਿੱਚ ਵਿਸ਼ਵਾਸਯੋਗ ਨਹੀਂ ਰਹੇ। ਇਸ ਕਾਰਨ ਉਹ ਦੂਰ ਹੋ ਗਏ ਅਤੇ ਉਹਨਾਂ ਤੋਂ ਵੱਖ ਹੋ ਗਏ। ਇਹ ਇਸ ਦੇ ਵਾਂਗ ਹੈ ਕਿ ਜਦ ਇਜ਼ਰਾਈਲ ਦੇ
ਪਹਿਲੇ ਰਾਜਾ ਸ਼ਾਉਲ ਨੇ ਪਰਮੇਸ਼ਰ ਦੇ ਵਚਨਾਂ ਦੀ ਉਲੰਘਣਾ ਕਰਦੇ ਹੋਏ ਉਹਨਾਂ ਸਭ ਗੱਲਾਂ ਨੂੰ ਨਹੀਂ ਮੰਨਿਆ ਸੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਮਨਾਉਣ ਦਾ ਹੁਕਮ ਦਿੱਤਾ ਸੀ। ਇਸ ਦੇ ਕਾਰਨ ਪਰਮੇਸ਼ਰ ਦੀ ਆਤਮਾ ਸ਼ਾਉਲ ਤੋਂ ਚਲੀ ਗਈ ਸੀ। ਇੱਕ ਵਾਰ ਜਦ ਪਰਮੇਸ਼ਰ ਸ਼ਾਉਲ ਦੇ ਕੋਲੋਂ ਚਲੇ ਗਏ ਸੀ, ਦੁਸ਼ਟ ਆਤਮਾਵਾਂ ਨੇ ਉਸ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਵਚਨਾਂ ਦੇ ਅਨੁਸਾਰ ਅਸੀਂ ਦੇਖ ਸਕਦੇ ਹਾਂ ਕਿ ਉਹ ਜੋ ਨਵੇਂ ਨੇਮ ਵਿੱਚ ਬਣੇ ਨਹੀਂ ਰਹਿੰਦੇ, ਇਸ ਤਰ੍ਹਾਂ ਦੇ ਲੱਛਣ ਦਿਖਾਉਂਦੇ ਹਨ। ਇਹ ਉਹ ਨੇਮ ਹੈ ਜਿਹੜਾ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ, ਮੈਂ ਆਪਣੇ ਕਾਨੂੰਨ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਹਿਰਦਿਆਂ ਉੱਤੇ ਉਹਨਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਮੈਂ ਉਹਨਾਂ ਵਿੱਚ ਅਤੇ ਉਹ ਮੇਰੇ ਵਿੱਚ ਬਣੇ ਰਹਿਣ ਦੇ ਲਈ, ਦੂਸਰੇ ਸ਼ਬਦਾਂ ਵਿੱਚ ਉਹਨਾਂ ਨੂੰ ਪਰਮੇਸ਼ਰ ਦੇ ਵੱਲ ਫਿਰਾਉਣ ਦੇ ਲਈ ਉਹਨਾਂ ਨੇ ਕੀ ਸਥਾਪਿਤ ਕੀਤਾ? ਉਹਨਾਂ ਨੇ ਨਵੇਂ ਨੇਮ ਦੀ ਸਥਾਪਨਾ ਕੀਤੀ। ਪਰਮੇਸ਼ਰ ਉਹਨਾਂ ਲੋਕਾਂ ਦੇ ਨਾਲ ਨਹੀਂ ਰਹਿਣਗੇ ਜੋ ਉਹਨਾਂ ਵਿੱਚ ਬਣੇ ਨਹੀਂ ਰਹਿੰਦੇ। ਇਸ ਦੇ ਬਦਲੇ ਉਹ ਉਹਨਾਂ ਦੇ ਕੋਲੋਂ ਚਲੇ ਜਾਣਗੇ। ਯਹੂਦਾ ਇਸਕਰਿਓਤੀ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੈ। ਇੱਕ ਵਾਰ ਜਦ ਦੁਸ਼ਟ ਆਤਮਾ ਨੇ ਉਸ ਵਿੱਚ ਪ੍ਰਵੇਸ਼ ਕੀਤਾ, ਉਹ ਇਸ ਤਰ੍ਹਾਂ ਦਾ ਕੰਮ ਕਰਨ ਲੱਗਾ ਜੋ ਦਿਖਾਉਂਦਾ ਹੈ ਕਿ ਉਸ ਦਾ ਵਿਸ਼ਵਾਸ ਵਿਗੜ ਗਿਆ ਹੈ। ਉਹ ਪੈਸਿਆਂ ਦੇ ਲਈ ਲਾਲਚੀ ਹੋ ਗਿਆ ਅਤੇ ਉਸਨੇ ਚਾਂਦੀ ਦੇ 30 ਸਿੱਕਿਆਂ ਦੇ ਲਈ ਯਿਸੂ ਨੂੰ ਧੋਖਾ ਦੇਣ ਦਾ ਵੱਡਾ ਅਪਰਾਧ ਕੀਤਾ। ਜਦ ਪਰਮੇਸ਼ਰ ਦੀ ਆਤਮਾ ਨੇ ਸ਼ਾਉਲ ਨੂੰ ਛੱਡ ਦਿੱਤਾ, ਤਦ ਇੱਕ ਦੁਸ਼ਟ ਆਤਮਾ ਨੇ ਉਸ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੇ ਤਣਾਅ ਵਿੱਚ ਉਹਨਾਂ ਨੇ ਦਾਊਦ ਨੂੰ ਆਉਣ ਦੇ ਲਈ ਬੁਲਾਇਆ, ਜਿਸ ਦੇ ਨਾਲ ਪਰਮੇਸ਼ਰ ਸੀ, ਤਾਂ ਜੋ ਉਹ ਉਸ ਦੇ ਲਈ ਤੁਰੀ ਬਜਾਵੇ। ਜਦ ਉਹ ਤੁਰੀ ਦੀ ਆਵਾਜ਼ ਸੁਣਦਾ ਸੀ, ਤਦ ਦੁਸ਼ਟ ਆਤਮਾ ਉਸ ਤੋਂ ਹਟ ਜਾਂਦਾ ਸੀ ਅਤੇ ਉਹ ਸ਼ਾਂਤ ਹੋ ਜਾਂਦਾ ਸੀ। ਸਾਰੇ ਲੋਕੋ, ਕਿ ਸਾਡੇ ਨਾਲ ਹੋਣ ਦੇ ਲਈ ਪਰਮੇਸ਼ਰ ਦੇ ਧੰਨਵਾਦੀ ਨਹੀਂ ਹੋਣਾ ਚਾਹੀਦਾ। ਜੇ ਪਰਮੇਸ਼ਰ ਸਾਨੂੰ ਛੱਡ ਦੇਣ, ਅਸੀਂ ਸਾਰੇ ਸ਼ਾਉਲ ਦੀ ਤਰ੍ਹਾਂ ਬਣ ਜਾਵਾਂਗੇ। ਇੱਥੋਂ ਤੱਕ ਕਿ ਅਸੀਂ ਲਾਚਾਰ ਹੋ ਕੇ ਜੋ ਯਹੂਦਾ ਇਸਕਰਿਓਤੀ ਨੇ ਕੀਤਾ, ਉਸ ਤਰ੍ਹਾਂ ਦਾ ਕੰਮ ਕਰਾਂਗੇ ਜਿਸ ਦੀ ਅਸੀਂ ਕਦੇ ਕਲਪਨਾ ਨਹੀਂ ਕਰਨਾ ਚਾਹੁੰਦੇ। ਇਸ ਲਈ ਦੂਜਾ ਇਤਿਹਾਸ ਅਧਿਆਇ 30 ਵਿੱਚ ਇਹ ਲਿਖਿਆ ਹੈ, ਪਰਮੇਸ਼ਰ ਦੇ ਵੱਲ ਮੁੜੋ। ਕੋਈ ਪੁੱਛ ਸਕਦਾ ਹੈ, ਮੈਂ ਜਾਣਦਾ ਹਾਂ ਕਿ ਮੈਨੂੰ ਪਰਮੇਸ਼ਰ ਦੇ ਵੱਲ ਮੁੜਨਾ ਚਾਹੀਦਾ ਹੈ, ਪਰ ਕਿਵੇਂ ਮੈਂ ਉਹਨਾਂ ਦੇ ਵੱਲ ਮੁੜ ਸਕਦਾ ਹਾਂ? ਮੈਂ ਪਰਮੇਸ਼ਰ ਦੇ ਵੱਲ ਮੁੜਨ ਦਾ ਰਾਹ ਨਹੀਂ ਜਾਣਦਾ। ਜਵਾਬ ਇਹ ਹੈ, ਪਸਾਹ ਦਾ ਪਰਬ ਮਨਾਓ ਅਤੇ ਪਸਾਹ ਦੇ ਦੁਆਰਾ ਪਰਮੇਸ਼ਰ ਦੇ ਵੱਲ ਮੁੜੋ। ਸਾਰੇ ਲੋਕੋ, ਹੁਣ ਉਹ ਸਮਾਂ ਹੈ ਜਦ ਸਾਨੂੰ ਇਹਨਾਂ ਸਾਰੀਆਂ ਸਿੱਖਿਆਵਾਂ ਨੂੰ ਪੂਰੀ ਦੁਨੀਆ ਦੇ ਲੋਕਾਂ ਨਾਲ ਪ੍ਰਚਾਰ ਕਰਨ ਅਤੇ ਸਾਂਝਾ ਕਰਨ ਦੀ ਜ਼ਰੂਰਤ ਹੈ। ਜਦ ਅਸੀਂ ਕਹਿੰਦੇ ਹਾਂ ਪਰਮੇਸ਼ਰ ਤੇ ਵਿਸ਼ਵਾਸ ਰੱਖੋ, ਤਦ ਉਹ ਕਹਿੰਦੇ ਹਨ ਮੈਂ ਪਰਮੇਸ਼ਰ ਤੇ ਵਿਸ਼ਵਾਸ ਰੱਖਦਾ ਹਾਂ। ਅਸੀਂ ਫਿਰ ਕਹਿੰਦੇ ਹਾਂ ਤਦ ਕਿ ਤੁਸੀਂ ਫਸਹ ਦਾ ਪਰਬ ਮਨਾਉਂਦੇ ਹੋ, ਤਦ ਉਹ ਜਵਾਬ ਦਿੰਦੇ ਹਨ ਨਹੀਂ, ਮੈਂ ਨਹੀਂ ਜਾਣਦਾ ਕਿ ਫਸਹ ਦਾ ਪਰਬ ਕੀ ਹੈ। ਸਾਨੂੰ ਕਹਿਣਾ ਚਾਹੀਦਾ ਹੈ ਕਿ ਬਾਈਬਲ ਸਿਖਾਉਂਦੀ ਹੈ ਕਿ ਫਸਹ ਦਾ ਪਰਬ ਮਨਾਏ ਬਿਨਾਂ ਕੋਈ ਵੀ ਪਰਮੇਸ਼ਰ ਦੇ ਵੱਲ ਨਹੀਂ ਮੁੜ ਸਕਦਾ। ਕਿ ਤੁਸੀਂ ਕਦੇ ਇਸ ਨੂੰ ਬਾਈਬਲ ਵਿੱਚ ਦੇਖਿਆ ਹੈ? ਉਹ ਕਹਿੰਦੇ ਹਨ ਕਿ ਅਸਲ ਵਿੱਚ ਇਹ ਬਾਈਬਲ ਵਿੱਚ ਲਿਖਿਆ ਹੈ। ਬਿਲਕੁਲ ਇਹ ਹੈ। ਤਦ ਅਸੀਂ ਉਹਨਾਂ ਨੂੰ ਦੂਜਾ ਇਤਿਹਾਸ ਅਧਿਆਇ 30 ਖੋਲ੍ਹ ਕੇ ਇਹ ਸਮਝਾ ਸਕਦੇ ਹਾਂ ਕਿ ਜੋ ਲੋਕ ਫਸਹ ਨਹੀਂ ਮਨਾਉਂਦੇ, ਉਹ ਕਦੇ ਵੀ ਉਹ ਲੋਕ ਨਹੀਂ ਬਣ ਸਕਦੇ ਜੋ ਪਰਮੇਸ਼ਰ ਦੇ ਵੱਲ ਮੁੜੇ ਹਨ। ਸਾਨੂੰ ਉਹਨਾਂ ਨੂੰ ਉਹਨਾਂ ਦੀ ਵਰਤਮਾਨ ਸਥਿਤੀ ਦੇ ਬਾਰੇ ਜਾਣਨ ਦੇਣਾ ਚਾਹੀਦਾ ਹੈ। ਇਬਰਾਨੀਆਂ ਅਧਿਆਇ 8 ਵਿੱਚ ਪਰਮੇਸ਼ਰ ਨੇ ਕਿਹਾ, ਕਿਉਂਕਿ ਉਹ ਮੇਰੇ ਨੇਮ ਤੇ ਸਥਿਰ ਨਾ ਰਹੇ, ਇਸ ਲਈ ਮੈਂ ਉਹਨਾਂ ਦੀ ਸੰਭਾਲ ਨਹੀਂ ਕੀਤੀ। ਪ੍ਰਭੂ ਇਹੀ ਕਹਿੰਦਾ ਹੈ। ਹਿੰਦੀ ਬਾਈਬਲ ਵਿੱਚ ਇਹ ਕਿਹਾ ਗਿਆ ਹੈ ਕਿ ਪਰਮੇਸ਼ਰ ਨੇ ਉਹਨਾਂ ਦੀ ਸੰਭਾਲ ਨਹੀਂ ਕੀਤੀ, ਪਰ ਅੰਗਰੇਜ਼ੀ ਬਾਈਬਲ ਵਿੱਚ ਇਹ ਕਿਹਾ ਗਿਆ ਹੈ ਕਿ ਪਰਮੇਸ਼ਰ ਉਹਨਾਂ ਤੋਂ ਦੂਰ ਚਲੇ ਗਏ। ਪਰਮੇਸ਼ਰ ਨੇ ਉਹਨਾਂ ਦੇ ਲਈ ਚਿੰਤਾ ਕਰਨੀ ਬੰਦ ਕਰ ਦਿੱਤੀ, ਇਸ ਲਈ ਕਿ ਅਸੀਂ ਮਹਿਸੂਸ ਨਹੀਂ ਕਰ ਸਕਦੇ ਕਿ ਜਦ ਸ਼ੈਤਾਨ ਅਤੇ ਦੁਸ਼ਟ ਆਤਮਾਵਾਂ ਉਹਨਾਂ ਵਿੱਚ ਪ੍ਰਵੇਸ਼ ਕਰਦੀਆਂ ਹਨ, ਇਹ ਉਹਨਾਂ ਦੇ ਲਈ ਸਭ ਪ੍ਰਕਾਰ ਦੀਆਂ ਅਜੀਬ ਚੀਜ਼ਾਂ ਦਾ ਕਾਰਨ ਬਣਦਾ ਹੈ। ਸਾਨੂੰ ਉਹਨਾਂ ਲੋਕਾਂ ਨੂੰ ਪਸਾਹ ਦੇ ਪਰਬ ਦੇ ਬਾਰੇ ਸਿਖਾਉਣਾ ਚਾਹੀਦਾ ਹੈ ਜੋ ਪਰਮੇਸ਼ਰ ਦੇ ਵੱਲ ਮੁੜਨਾ ਚਾਹੁੰਦੇ ਹਨ ਅਤੇ ਸੱਚਮੁੱਚ ਉਹਨਾਂ ਤੇ ਵਿਸ਼ਵਾਸ ਕਰਨਾ ਚਾਹੁੰਦੇ ਹਨ। ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਕੋ ਰਾਹ ਹੈ ਜਿਸ ਨਾਲ ਲੋਕ ਪਰਮੇਸ਼ਰ ਦੇ ਵੱਲ ਮੁੜ ਸਕਦੇ ਹਨ। ਮੈਂ ਇਮਾਨਦਾਰੀ ਨਾਲ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਨੂੰ ਪੂਰਾ ਕਰਨ ਵਿੱਚ ਸ਼ਾਮਿਲ ਹੋਵੋ, ਜਿਵੇਂ ਕਿ ਬਾਈਬਲ ਵਿੱਚ ਦਰਜ ਹੈ। ਜਦ ਉਹਨਾਂ ਨੇ ਪਸਾਹ ਦਾ ਪਰਬ ਨਹੀਂ ਮਨਾਇਆ, ਤਦ ਪਰਮੇਸ਼ਰ ਉਹਨਾਂ ਤੋਂ ਦੂਰ ਹੋ ਗਏ ਅਤੇ ਉਹ ਪਰਮੇਸ਼ਰ ਦੇ ਵੱਲ ਨਹੀਂ ਮੁੜ ਸਕਦੇ। ਕਿਉਂਕਿ ਉਹ ਪਰਮੇਸ਼ਰ ਵੱਲ ਮੁੜਨ ਵਿੱਚ ਅਸਫਲ ਰਹੇ, ਇਸ ਲਈ ਉਹਨਾਂ ਨੂੰ ਪਰਮੇਸ਼ਰ ਦੇ ਲੋਕਾਂ ਤੋਂ ਹਟਾ ਦਿੱਤਾ ਗਿਆ। ਆਓ ਗਿਣਤੀ ਅਧਿਆਇ 9 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 9 ਆਇਤ 11। ਦੂਜੇ ਮਹੀਨੇ ਦੀ 14ਵੀਂ ਸਾਂਝ ਨੂੰ ਉਹ ਉਹਨੂੰ ਮਨਾਉਣ, ਪਤੀ ਦੀ ਰੋਟੀ ਅਤੇ ਕੋੜੀ ਭਾਜੀ ਨਾਲ ਉਹ ਉਹਨੂੰ ਖਾਣ। ਆਇਤ 12। ਅਤੇ ਸਵੇਰ ਤੱਕ ਕੁਝ ਵੀ ਬਾਕੀ ਨਾ ਛੱਡਣ ਅਤੇ ਨਾ ਹੀ ਉਹਦੀ ਹੱਡੀ ਤੋੜਨ, ਫਸਹ ਦੀ ਸਾਰੀ ਵਿਧੀ ਅਨੁਸਾਰ ਉਹਨੂੰ ਮਨਾਉਣ। ਆਇਤ 13। ਪਰੰਤੂ
ਜਿਹੜਾ ਮਨੁੱਖ ਸ਼ੁੱਧ ਹੋਵੇ ਅਤੇ ਪੈਂਡੇ ਵਿੱਚ ਨਾ ਹੋਵੇ, ਜੇ ਉਹ ਫਸਾ ਮਨਾਉਣ ਤੋਂ ਇਨਕਾਰੀ ਹੋਵੇ, ਉਸ ਮਨੁੱਖ ਦਾ ਕੀ ਹੁੰਦਾ ਹੈ ਜਿਸ ਦੇ ਕੋਲ ਕੁਝ ਵਿਸ਼ੇਸ਼ ਕਾਰਨ ਨਾ ਹੋਣ ਤੇ ਵੀ ਫਸਾ ਦਾ ਪਰਵ ਨਹੀਂ ਮਨਾਉਂਦਾ? ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ, ਕਿਉਂ ਜੋ ਉਹਨੇ ਯਹੋਵਾ ਦਾ ਚੜਾਵਾ ਠਹਿਰਾਏ ਹੋਏ ਸਮੇਂ ਉੱਤੇ ਨਹੀਂ ਚੜਾਇਆ। ਉਹ ਮਨੁੱਖ ਆਪਣਾ ਪਾਪ ਆਪ ਚੁੱਕੇਗਾ। ਜੇਕਰ ਤੁਹਾਡੇ ਵਿੱਚ ਕੋਈ ਪਰਦੇਸੀ ਟਿਕਿਆ ਹੋਵੇ ਅਤੇ ਉਹ ਯਹੋਵਾ ਲਈ ਫਸਾ ਮਨਾਉਣੀ ਚਾਹੇ ਤਾਂ ਉਹ ਫਸਾ ਦੀ ਵਿਧੀ ਅਤੇ ਉਹਦੀ ਰੀਤੀ ਅਨੁਸਾਰ ਮਨਾਵੇ। ਤੁਹਾਡੇ ਲਈ ਇੱਕੋ ਹੀ ਵਿਧੀ ਹੋਵੇ, ਪਰਦੇਸੀ ਲਈ ਵੀ ਅਤੇ ਦੇਸ਼ ਦੇ ਜੰਮੇ ਹੋਇਆ ਲਈ ਵੀ। ਜਿਵੇਂ ਕਿ ਅਸੀਂ ਇੱਥੇ ਦੇਖ ਸਕਦੇ ਹਾਂ, ਪਰਮੇਸ਼ਰ ਨੇ ਵਿਵਸਥਾ ਵਿੱਚ ਬਿਆਨ ਕੀਤਾ ਹੈ ਕਿ ਉਸ ਵਿਅਕਤੀ ਦਾ ਕੀ ਹੋਵੇਗਾ ਜੋ ਫਸਾ ਦਾ ਪਰਵ ਨਹੀਂ ਮਨਾਉਂਦਾ। ਪਰਮੇਸ਼ਰ ਨੇ ਕਿਹਾ ਕਿ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਨਸ਼ਟ ਕੀਤਾ ਜਾਵੇ। ਬਹੁਤ ਸਾਰੇ ਲੋਕ ਆਤਮਿਕ ਦੁਨੀਆ ਵਿੱਚ ਆਪਣੇ ਭਵਿੱਖ ਤੇ ਵਿਚਾਰ ਕਰਨ ਵਿੱਚ ਅਸਫਲ ਰਹਿੰਦੇ ਹਨ, ਕਿਉਂਕਿ ਉਹ ਸਿਰਫ ਇਸ ਸ਼ਾਰੀਰਿਕ ਦੁਨੀਆ ਦੀਆਂ ਚੀਜ਼ਾਂ ਉੱਤੇ ਧਿਆਨ ਕੇਂਦਰਿਤ ਕਰਦੇ ਹਨ। ਤਦ ਕੁਝ ਲੋਕ ਸੋਚ ਸਕਦੇ ਹਨ, ਜੇ ਮੈਂ ਇਸ ਸਾਲ ਫਸਾ ਦਾ ਪਰਵ ਨਹੀਂ ਮਨਾ ਸਕਦਾ ਤਦ ਮੈਂ ਇਸ ਨੂੰ ਅਗਲੇ ਸਾਲ ਮਨਾਵਾਂਗਾ। ਉਹਨਾਂ ਨੂੰ ਜਾਣਨਾ ਚਾਹੀਦਾ ਹੈ ਕਿ ਪਰਮੇਸ਼ਰ ਉਹਨਾਂ ਨੂੰ ਆਤਮਿਕ ਦੁਨੀਆ ਵਿੱਚ ਛੱਡ ਰਹੇ ਹਨ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਉਹਨਾਂ ਲੋਕਾਂ ਨੂੰ ਜ਼ਰੂਰ ਛੱਡਣਗੇ ਜੋ ਪਰਮੇਸ਼ਰ ਦੇ ਨੇਮ ਵਿੱਚ ਨਹੀਂ ਰਹਿੰਦੇ। ਪੁਰਾਣਾ ਨੇਮ ਇੱਕ ਨੇਮ ਹੈ ਅਤੇ ਨਵਾਂ ਨੇਮ ਵੀ ਇੱਕ ਨੇਮ ਹੈ। ਭਾਵੇਂ ਉਹ ਪੁਰਾਣਾ ਨੇਮ ਹੋਵੇ ਜਾਂ ਨਵਾਂ ਨੇਮ, ਪਰਮੇਸ਼ਰ ਕਹਿੰਦੇ ਹਨ ਉਹ ਉਹਨਾਂ ਲੋਕਾਂ ਨੂੰ ਛੱਡ ਦੇਣਗੇ ਜੋ ਉਹਨਾਂ ਦੇ ਨੇਮ ਵਿੱਚ ਬਣੇ ਨਹੀਂ ਰਹਿੰਦੇ। ਅਸੀਂ ਉਹ ਆਤਮਾਵਾਂ ਹਾਂ ਜਿਨ੍ਹਾਂ ਨੇ ਸਵਰਗ ਵਿੱਚ ਗੰਭੀਰ ਪਾਪ ਕੀਤੇ ਹਨ ਅਤੇ ਇਸ ਧਰਤੀ ਉੱਤੇ ਸਿੱਟ ਦਿੱਤੇ ਗਏ ਹਨ। ਪਰਮੇਸ਼ਰ ਨੇ ਸਰੀਰ ਵਿੱਚ ਆਉਣ ਦੇ ਦੁਆਰਾ ਅਤੇ ਸਾਨੂੰ ਸਵਰਗ ਵਾਪਸ ਜਾਣ ਦੇ ਰਾਹ ਦੇ ਬਾਰੇ ਵਿੱਚ ਸਿਖਾਉਣ ਦੇ ਦੁਆਰਾ ਸਾਡੇ ਉੱਤੇ ਕਿਰਪਾ ਦਿਖਾਈ ਹੈ ਅਤੇ ਪੂਰੀ ਮਨੁੱਖ ਜਾਤੀ ਲਈ ਸਵਰਗ ਜਾਣ ਦਾ ਬੂਹਾ ਖੋਲ੍ਹ ਦਿੱਤਾ ਹੈ। ਉਹਨਾਂ ਨੇ ਐਲਾਨ ਕੀਤਾ ਕਿ ਮੈਂ ਇਸ ਤਰ੍ਹਾਂ ਸਵਰਗ ਦੇ ਬੂਹੇ ਨੂੰ ਖੋਲਾਂਗਾ, ਇਸ ਲਈ ਤੁਹਾਨੂੰ ਮੇਰੇ ਨੇਮ ਵਿੱਚ ਬਣੇ ਰਹਿਣਾ ਚਾਹੀਦਾ ਹੈ। ਇਸ ਦੇ ਇਲਾਵਾ ਮੈਂ ਤੁਹਾਡੇ ਪਿਛਲੇ ਪਾਪ ਅਤੇ ਕੁਧਰਮ ਮਾਫ ਕਰਾਂਗਾ ਅਤੇ ਮੈਂ ਉਹਨਾਂ ਦਾ ਪਾਪ ਫਿਰ ਯਾਦ ਨਾ ਕਰਾਂਗਾ। ਮੈਂ ਤੁਹਾਨੂੰ ਸਦੀਪਕ ਜੀਵਨ ਦੇਵਾਂਗਾ ਅਤੇ ਮੈਂ ਤੋਬਾ ਕਰਕੇ ਮੁੜਨ ਵਾਲਿਆਂ ਨੂੰ ਮਨੁੱਖ ਦੇ ਪੁੱਤਰ ਦਾ ਮਾਂਸ ਖਾਣ ਅਤੇ ਉਸ ਦਾ ਲਹੂ ਪੀਣ ਦੇਵਾਂਗਾ। ਕਿ ਇਸ ਦੇ ਲਈ ਪਰਮੇਸ਼ਰ ਨੇ ਫਸਾ ਦੇ ਪਰਵ ਦੀ ਸਥਾਪਨਾ ਨਹੀਂ ਕੀਤੀ। ਸਾਨੂੰ ਸਾਰਿਆਂ ਨੂੰ ਨਵੇਂ ਨੇਮ ਦੇ ਫਸਾ ਦੇ ਪਰਵ ਦੇ ਸੱਚ ਦੇ ਵੱਲ ਮੁੜਨਾ ਚਾਹੀਦਾ ਹੈ। ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਜੋ ਉਹਨਾਂ ਦੇ ਵੱਲ ਮੁੜਦੇ ਹਨ ਇੱਕ ਵਿਸ਼ੇਸ਼ ਤੋਹਫਾ ਦੇਣ ਦਾ ਵਾਅਦਾ ਕੀਤਾ ਹੈ ਕਿ ਇਹ ਵਿਸ਼ੇਸ਼ ਤੋਹਫਾ ਪਰਮੇਸ਼ਰ ਦੀ ਕਿਰਪਾ ਅਤੇ ਸਦੀਪਕ ਜੀਵਨ ਨਹੀਂ ਹੈ। ਆਓ ਅਸੀਂ ਯਹੂਨਾ ਦੇ 6:54 ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਦੇਖਣਾ ਜਾਰੀ ਰੱਖੀਏ। ਜੋ ਕੋਈ ਮੇਰਾ ਮਾਂਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਕਿਸ ਵਿੱਚ? ਉਸ ਵਿੱਚ। ਯੀਸ਼ੂ ਨੇ ਕਿਹਾ, ਮੈਂ ਉਸ ਮਨੁੱਖ ਵਿੱਚ ਬਣਿਆ ਰਹਾਂਗਾ ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ। ਪਰਮੇਸ਼ਰ ਨੇ ਵਾਅਦਾ ਕੀਤਾ ਹੈ, ਮੈਂ ਪੂਰਨ ਰੂਪ ਵਿੱਚ ਉਸ ਦੇ ਨਾਲ ਰਹਾਂਗਾ ਅਤੇ ਉਸ ਨੂੰ ਨਹੀਂ ਛੱਡਾਂਗਾ ਜਿਵੇਂ ਮੈਂ ਸ਼ਾਉਲ ਨੂੰ ਛੱਡ ਦਿੱਤਾ ਸੀ। ਇਹ ਪਰਮੇਸ਼ਰ ਦਾ ਵਾਅਦਾ ਹੈ। ਔਰ ਮੈਂ ਉਸ ਵਿੱਚ ਆਇਤ 57 ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਤਾਂ ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਜੋ ਰੋਟੀ ਸਵਰਗੋਂ ਉਤਰੀ ਸੋ ਇਹੋ ਹੈ, ਜਿਵੇਂ ਵੱਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ, ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜਿਉਂਦਾ ਰਹੇਗਾ। ਸਾਨੂੰ ਹਮੇਸ਼ਾ ਪਰਮੇਸ਼ਰ ਦੇ ਨਾਲ ਰਹਿਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਨ ਦੇ ਲਈ ਕਿ ਸਾਨੂੰ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਵੱਲ ਮੁੜਨਾ ਨਹੀਂ ਚਾਹੀਦਾ ਹੈ। ਜੇ ਕੋਈ ਕਹਿੰਦਾ ਹੈ ਮੈਂ ਪਰਮੇਸ਼ਰ ਦੇ ਵੱਲ ਨਹੀਂ ਮੁੜਦਾ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਕਿ ਕਿਵੇਂ ਮੁੜਨਾ ਹੈ, ਸਾਨੂੰ ਇਹ ਕਹਿਣਾ ਚਾਹੀਦਾ ਹੈ ਫਿਰ ਫਸਾ ਦੇ ਪਰਵ ਨੂੰ ਮਨਾਓ। ਫਸਾ ਇਸ ਤਰ੍ਹਾਂ ਕਰਨ ਦਾ ਰਾਹ ਹੈ। ਸਾਨੂੰ ਦੂਸਰਾ ਇਤਿਹਾਸ ਅਧਿਆਇ 30 ਖੋਲ੍ਹਣਾ ਚਾਹੀਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਰਿਵਾਰ ਦੇ ਮੈਂਬਰਾਂ, ਦੋਸਤਾਂ, ਗੁਆਂਢੀਆਂ ਅਤੇ ਜਾਣਕਾਰਾਂ ਨੂੰ ਫਸਾ ਦੇ ਪਰਵ ਦੇ ਬਾਰੇ ਜਾਣਨ ਦੇਣਾ ਚਾਹੀਦਾ ਹੈ। ਸਾਨੂੰ ਕਦੇ ਕਿਸੇ ਨੂੰ ਕਹਿਣ ਨਹੀਂ ਦੇਣਾ ਚਾਹੀਦਾ ਕਿ ਮੈਂ ਸਵਰਗ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਉੱਥੇ ਕਿਵੇਂ ਵਾਪਸ ਜਾਣਾ ਹੈ। ਜੋ ਲੋਕ ਪਰਮੇਸ਼ਰ ਦੇ ਵੱਲ ਮੁੜਦੇ ਹਨ, ਪਰਮੇਸ਼ਰ ਉਹਨਾਂ ਨੂੰ ਨਾ ਸਿਰਫ ਪਰਮੇਸ਼ਰ ਦੀ ਸੰਤਾਨ ਬਣਨ ਦਾ ਅਧਿਕਾਰ ਦੇਣਗੇ ਬਲਕਿ ਉਹ ਉਹਨਾਂ ਨੂੰ ਸਵਰਗੀ ਰਾਜ ਦਾ ਉੱਤਰਾਧਿਕਾਰੀ ਹੋਣ ਦੀ ਆਗਿਆ ਵੀ ਦੇਣਗੇ। ਪਰਮੇਸ਼ਰ ਨੇ ਆਪਣੀਆਂ ਸੰਤਾਨਾਂ ਨੂੰ ਸਵਰਗੀ ਵਿਰਾਸਤ ਸੌਂਪੀ ਹੈ। ਆਓ ਇਬਰਾਨੀਓ ਅਧਿਆਇ 9:15 ਉੱਤੇ ਜਾਈਏ। ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ, ਭਾਈ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ।
ਬੁਲਾਏ ਹੋਏ ਲੋਕ ਵਾਅਦੇ ਦੇ ਅਨੁਸਾਰ ਉਹਨਾਂ ਨੂੰ ਕੀ ਦੇਣ ਦਾ ਵਾਅਦਾ ਕੀਤਾ ਗਿਆ ਹੈ? ਸਦੀਪਕ ਮਿਰਾਸ। ਸਦੀਪਕ ਮਿਰਾਸ ਦਾ ਅਰਥ ਹੈ ਸਵਰਗ ਦਾ ਰਾਜ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇਹ ਲਿਖਿਆ ਹੈ ਕਿ ਪਰਮੇਸ਼ਰ ਸਾਨੂੰ ਸਵਰਗ ਦੇ ਰਾਜ ਵਿੱਚ ਸ਼ਾਹੀ ਯਾਜਕ ਬਣਾਉਣਗੇ ਅਤੇ ਅਸੀਂ ਸਦਾ ਦੇ ਲਈ ਨਹੀਂ ਮਰਾਂਗੇ। ਇਹ ਲਿਖਿਆ ਹੈ ਕਿ ਪਰਮੇਸ਼ਰ ਦੁੱਖ, ਦਰਦ ਅਤੇ ਸ਼ੋਕ ਨੂੰ ਦੂਰ ਕਰਨਗੇ, ਪਰ ਹਰ ਦਿਨ ਖੁਸ਼ੀ ਪੈਦਾ ਕਰਨਗੇ। ਇਹ ਉਹਨਾਂ ਦਾ ਸਾਡੇ ਨਾਲ ਵਾਅਦਾ ਹੈ। ਉਹ ਲੋਕ ਕੌਣ ਹੈ ਜੋ ਇਹ ਸਦੀਪਕ ਮਿਰਾਸ ਦਾ ਵਾਅਦਾ ਪ੍ਰਾਪਤ ਕਰਨਗੇ? ਕਿ ਉਹ ਪਰਮੇਸ਼ਰ ਦੀ ਸੰਤਾਨ ਨਹੀਂ ਹੈ ਜੋ ਨਵਾਂ ਨੇਮ ਮਨਾਉਂਦੀ ਹੈ। ਪਰਮੇਸ਼ਰ ਨੇ ਕਿਹਾ ਕਿ ਉਹ ਉਹਨਾਂ ਨੂੰ ਨਵੇਂ ਨੇਮ ਦੇ ਮਾਧਿਅਮ ਨਾਲ ਵਾਅਦਾ ਕੀਤੀ ਗਈ ਸਦੀਪਕ ਮਿਰਾਸ ਨੂੰ ਪ੍ਰਾਪਤ ਕਰਨ ਦੇਣਗੇ। ਆਓ ਆਇਤ 16 ਦੇ ਨਾਲ ਜਾਰੀ ਰਹੀਏ। ਜਿੱਥੇ ਵਸੀਹਤ ਹੈ ਉੱਥੇ ਉਹਦੇ ਕਾਰਨ ਵਾਲੇ ਦੀ ਮੌਤ ਨੂੰ ਸਾਬਿਤ ਕਰਨਾ ਪੈਂਦਾ ਹੈ, ਕਿਉਂ ਜੋ ਵਸੀਹਤ ਤਾਂ ਹੀ ਪੱਕੀ ਹੁੰਦੀ ਹੈ। ਇਸ ਲਈ ਆਪਣੀ ਮੌਤ ਤੋਂ ਪਹਿਲੇ ਕਿ ਯੀਸ਼ੂ ਨੇ ਨਵੇਂ ਨੇਮ ਨੂੰ ਆਪਣੀ ਦ੍ਰਿੜ ਇੱਛਾ ਦੇ ਅਨੁਸਾਰ ਨਹੀਂ ਛੱਡਿਆ ਅਤੇ ਫਿਰ ਅਗਲੇ ਦਿਨ ਮਰ ਗਏ। ਇਬਰਾਨੀਆਂ ਅਧਿਆਇ 9 ਵਿੱਚ ਇਹ ਕਿਹਾ ਗਿਆ ਹੈ ਕਿ ਪਰਮੇਸ਼ਰ ਉਹਨਾਂ ਲੋਕਾਂ ਦੇ ਲਈ ਸਵਰਗ ਦੇ ਰਾਜ ਦੀ ਗਾਰੰਟੀ ਦਿੰਦੇ ਹਨ ਜੋ ਨਵੇਂ ਨੇਮ ਵਿੱਚ ਬਣੇ ਰਹਿੰਦੇ ਹਨ ਅਤੇ ਅੰਤ ਤੱਕ ਨਵੇਂ ਨੇਮ ਨੂੰ ਫੜੀ ਰੱਖਦੇ ਹਨ। ਪਰ ਪਰਮੇਸ਼ਰ ਉਹਨਾਂ ਲੋਕਾਂ ਦਾ ਕੀ ਕਰਨ ਜਾ ਰਹੇ ਹਨ ਜੋ ਉਹਨਾਂ ਦੇ ਨੇਮ ਵਿੱਚ ਨਹੀਂ ਰਹਿੰਦੇ? ਪਰਮੇਸ਼ਰ ਨੇ ਕਿਹਾ ਕਿ ਉਹ ਉਹਨਾਂ ਤੋਂ ਦੂਰ ਹੋ ਜਾਣਗੇ। ਜਦ ਵਚਨ ਕਹਿੰਦਾ ਹੈ ਪਰਮੇਸ਼ਰ ਉਹਨਾਂ ਦੀ ਸੰਭਾਲ ਨਹੀਂ ਕਰਨਗੇ, ਇਸ ਦਾ ਅਰਥ ਇਹ ਹੈ ਕਿ ਪਰਮੇਸ਼ਰ ਹੁਣ ਉਹਨਾਂ ਤੋਂ ਦੂਰ ਹੋ ਜਾਣਗੇ। ਪਰਮੇਸ਼ਰ ਉਹਨਾਂ ਦੀ ਦੇਖਭਾਲ ਕਰਨਾ ਜਾਰੀ ਨਹੀਂ ਰੱਖਣਗੇ ਕਿਉਂਕਿ ਉਹ ਉਹਨਾਂ ਤੋਂ ਦੂਰ ਹੋ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਪਰਮੇਸ਼ਰ ਹੁਣ ਉਹਨਾਂ ਦੇ ਲਈ ਵਿਚਾਰ ਨਹੀਂ ਕਰਨਗੇ। ਇਹੀ ਕਾਰਨ ਹੈ ਕਿ ਸਭ ਪ੍ਰਕਾਰ ਦੀਆਂ ਦੁਸ਼ਟ ਆਤਮਾਵਾਂ ਨੇ ਯਹੂਦਾ ਇਸਕਰੂਤੀ ਤੇ ਕਬਜ਼ਾ ਕਰ ਲਿਆ ਅਤੇ ਯੀਸ਼ੂ ਨੂੰ ਵੇਚ ਦਿੱਤਾ ਅਤੇ ਰਾਜਾ ਸ਼ਾਉਲ ਨੇ ਆਪਣਾ ਮਨ ਗਵਾ ਦਿੱਤਾ ਕਿਉਂਕਿ ਸਾਰਿਆਂ ਤੋਂ ਪਰਮੇਸ਼ਰ ਦਾ ਆਤਮਾ ਚਲਾ ਗਿਆ ਸੀ। ਇਸ ਤਰ੍ਹਾਂ ਦੇ ਲੋਕ ਫਰਕ ਨਹੀਂ ਕਰ ਪਾਉਂਦੇ। ਜਦ ਪਰਮੇਸ਼ਰ ਉਸ ਦੇ ਨਾਲ ਸੀ ਤਦ ਉਸ ਦੇ ਕੋਲ ਵੱਡੀ ਸ਼ਕਤੀ ਸੀ ਅਤੇ ਉਹ ਹਮੇਸ਼ਾ ਸੁਰੱਖਿਅਤ ਸੀ। ਜਦ ਵੀ ਉਹ ਲੜਾਈ ਵਿੱਚ ਜਾਂਦਾ ਸੀ ਪਰਮੇਸ਼ਰ ਨੇ ਉਸ ਨੂੰ ਜਿੱਤਣ ਵਿੱਚ ਮਦਦ ਕੀਤੀ। ਪਰ ਜਦ ਪਰਮੇਸ਼ਰ ਉਸ ਦੇ ਨਾਲ ਨਹੀਂ ਸੀ, ਇੱਕ ਲੜਾਈ ਵਿੱਚ ਇੱਕ ਤੀਰ ਨਾਲ ਮਾਰ ਦਿੱਤਾ ਗਿਆ ਅਤੇ ਮਰ ਗਿਆ। ਅੰਤ ਵਿੱਚ ਉਸ ਨੂੰ ਇਸ ਤਰ੍ਹਾਂ ਦੇ ਦੁਖੀ ਅੰਤ ਦਾ ਸਾਹਮਣਾ ਕਰਨਾ ਪਿਆ, ਹੈ ਨਾ? ਅੱਜ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਫਸਾ ਇੱਕ ਕੀਮਤੀ ਸੱਚ ਹੈ ਜੋ ਸਾਡੀਆਂ ਆਤਮਾਵਾਂ ਨੂੰ ਪਰਮੇਸ਼ਰ ਵੱਲ ਮੁੜਨ ਦੀ ਆਗਿਆ ਦਿੰਦਾ ਹੈ। ਚਾਹੇ ਅਸੀਂ ਸਵਰਗ ਵਿੱਚ ਪਾਪ ਕੀਤਾ ਅਤੇ ਇਸ ਧਰਤੀ ਤੇ ਸੁੱਟ ਦਿੱਤੇ ਗਏ, ਪਰਮੇਸ਼ਰ ਵਾਅਦਾ ਕਰਦੇ ਹਨ ਜੇ ਤੁਸੀਂ ਫਸਾਹ ਦੇ ਦੁਆਰਾ ਮੇਰੇ ਵੱਲ ਮੁੜਦੇ ਹੋ ਤਦ ਮੈਂ ਤੁਹਾਨੂੰ ਆਪਣੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਕਰਾਂਗਾ। ਮੈਂ ਤੁਹਾਡੇ ਵਿੱਚ ਬਣਿਆ ਰਹਾਂਗਾ ਅਤੇ ਤੁਸੀਂ ਮੇਰੇ ਵਿੱਚ। ਮੈਂ ਤੁਹਾਨੂੰ ਆਪਣਾ ਮਾਂਸ ਖਵਾਵਾਂਗਾ ਅਤੇ ਆਪਣਾ ਲਹੂ ਪਿਲਾਵਾਂਗਾ ਅਤੇ ਮੈਂ ਤੁਹਾਡੇ ਨਾਲ ਇੱਕ ਦੇ ਹੋਵਾਂਗਾ। ਮੈਂ ਤੁਹਾਨੂੰ ਸਵਰਗ ਵਿੱਚ ਰਾਜ ਕਰਨ ਦੇ ਲਈ ਸ਼ਾਹੀ ਯਾਜਕ ਦਾ ਪਦ ਵੀ ਦੇਵਾਂਗਾ। ਇਸ ਦੇ ਇਲਾਵਾ ਮੈਂ ਤੁਹਾਨੂੰ ਸਦੀਪਕ ਜੀਵਨ ਵੀ ਦੇਵਾਂਗਾ। ਪਰਮੇਸ਼ਰ ਉਹਨਾਂ ਲੋਕਾਂ ਨੂੰ ਜੋ ਉਹਨਾਂ ਦੇ ਨੇਮ ਵਿੱਚ ਬਣੇ ਰਹਿੰਦੇ ਹਨ, ਜਿਨ੍ਹਾਂ ਚੀਜ਼ਾਂ ਦੀ ਆਗਿਆ ਦਿੰਦੇ ਹਨ, ਉਹ ਸੱਚਮੁੱਚ ਵਿਸ਼ੇਸ਼ ਹਨ। ਹਾਲਾਂਕਿ ਜੋ ਲੋਕ ਇਸ ਧਰਤੀ ਉੱਤੇ ਰਹਿ ਰਹੇ ਹਨ, ਇਹ ਅਸਾਧਾਰਨ ਮੌਕਾ ਇਸ ਵਰਤਮਾਨ ਵਾਤਾਵਰਣ ਦੀ ਤੁਲਨਾ ਵਿੱਚ ਅਸਲੀਅਤ ਨਹੀਂ ਲੱਗਦਾ ਹੈ। ਇਹੀ ਕਾਰਨ ਹੈ ਕਿ ਉਹ ਇਸ ਨੂੰ ਤੁੱਛ ਸਮਝਦੇ ਹਨ। ਉਦਾਹਰਨ ਦੇ ਲਈ, ਜੇ ਕੋਈ ਕਹਿੰਦਾ ਹੈ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਦ ਤੁਹਾਨੂੰ 1000 ਰੁਪਏ ਜਾਂ 10,000 ਰੁਪਏ ਮਿਲਣਗੇ, ਤਦ ਲੋਕ ਬਹੁਤ ਕੋਸ਼ਿਸ਼ ਕਰਨਗੇ। ਪਰ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਜੋ ਨਵੇਂ ਨੇਮ ਦਾ ਪਸਾਹ ਦਾ ਪਰਬ ਮਨਾਉਂਦੇ ਹਨ, ਸਵਰਗ ਵਿੱਚ ਜਿਨ੍ਹਾਂ ਦੀ ਆਗਿਆ ਦਿੱਤੀ ਹੈ, ਉਹ ਅਥਾਹ ਹੈ। ਇਹ ਸਾਡੇ ਸਾਧਾਰਨ ਗਿਆਨ ਤੋਂ ਪਰੇ ਹੈ ਕਿਉਂਕਿ ਇਹ ਬਹੁਤ ਅਸਾਧਾਰਨ ਅਤੇ ਹੈਰਾਨੀਜਨਕ ਹੈ। ਇਸ ਲਈ ਉਹ ਇਸ ਆਸ਼ੀਸ਼ ਨੂੰ ਕੁਝ ਬੇਤੁਕੀ ਸਮਝਦੇ ਹਨ। ਉਹ ਖੁਦ ਤੋਂ ਪੁੱਛਦੇ ਹਨ ਕਿ ਇਹ ਸੱਚਮੁੱਚ ਹੋਵੇਗਾ ਕਿ ਉਹ ਚੀਜ਼ਾਂ ਅਸਲ ਵਿੱਚ ਸਾਨੂੰ ਦਿੱਤੀਆਂ ਜਾਣਗੀਆਂ। ਪਰਮੇਸ਼ਰ ਕਦੇ ਝੂਠ ਨਹੀਂ ਬੋਲਦੇ। ਇੱਕ ਵਾਰ ਪਰਮੇਸ਼ਰ ਨੇ ਕਹਿ ਦਿੱਤਾ ਕਿ ਉਹ ਸਾਨੂੰ ਕੁਝ ਦੇਣਗੇ, ਤਦ ਉਹ ਸਾਨੂੰ ਨਿਸ਼ਚਿਤ ਹੀ ਇਸ ਨੂੰ ਦੇਣਗੇ। ਇੱਕ ਵਾਰ ਪਰਮੇਸ਼ਰ ਨੇ ਕਹਿ ਦਿੱਤਾ ਕਿ ਉਹ ਪੂਰਾ ਕਰਨਗੇ, ਉਹ ਉਸ ਨੂੰ ਜ਼ਰੂਰ ਪੂਰਾ ਕਰਦੇ ਹਨ। ਇਸ ਲਈ ਕਿ ਸਾਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਹੈ, ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਇਹ ਫਸਾ ਜੋ ਪਰਮੇਸ਼ਰ ਨੇ ਸਾਨੂੰ ਪ੍ਰਦਾਨ ਕੀਤਾ ਹੈ, ਉਹ ਸਿਰਫ ਪਰਮੇਸ਼ਰ ਵੱਲ ਮੁੜਨ ਦਾ ਇੱਕੋ ਰਾਹ ਹੈ। ਆਓ ਅਸੀਂ ਸਾਰੇ ਮਨੁੱਖ ਜਾਤੀ ਦੇ ਲਈ ਪੁਕਾਰੀਏ, ਸਿਯੋਨ ਵਿੱਚ ਵਾਪਿਸ ਆਓ ਅਤੇ ਪਰਮੇਸ਼ਰ ਨੂੰ ਮਿਲੋ। ਪਰਮੇਸ਼ਰ ਦੇ ਵੱਲ ਮੁੜੋ
ਆਓ ਅਸੀਂ ਕਿਰਪਾ ਪੂਰਨ ਫਸਾ ਦਾ ਪ੍ਰਚਾਰ ਕਰੀਏ ਜਿਸ ਨੂੰ ਪਰਮੇਸ਼ਰ ਨੇ ਸਾਨੂੰ ਮਨਾਉਣ ਦਾ ਹੁਕਮ ਦਿੱਤਾ ਹੈ। ਜਦ ਪਰਮੇਸ਼ਰ ਨੇ ਸਾਨੂੰ ਬੁਲਾਇਆ ਤਦ ਸਾਨੂੰ ਸੇਵਕ ਦਾ ਪਦ ਦਿੱਤਾ ਗਿਆ ਹੈ। ਅਸੀਂ ਕਿਸ ਤਰ੍ਹਾਂ ਦੇ ਸੇਵਕ ਹਾਂ? ਉਹ ਸੇਵਕ ਜੋ ਕਾਰ ਬਣਾਉਂਦੇ ਹਨ, ਉਹ ਸੇਵਕ ਜੋ ਜਹਾਜ਼ਾਂ ਨੂੰ ਬਣਾਉਂਦੇ ਹਨ। ਆਓ ਅਸੀਂ ਦੂਸਰਾ ਕਰੰਥੀਓ ਅਧਿਆਇ 3 ਆਇਤ 6 ਦੇਖੀਏ। ਜਿਹਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ। ਪਰਮੇਸ਼ਰ ਨੇ ਸਾਨੂੰ ਖੇਤ ਦੇ ਮਜ਼ਦੂਰ ਹੋਣ ਦੇ ਲਈ ਨਹੀਂ ਚੁਣਿਆ ਹੈ, ਬਲਕਿ ਇਹ ਕਹਿਣਾ ਹੈ ਕਿ ਜਿਹਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ। ਪਰ ਲਿਖਤ ਦੇ ਸੇਵਕ ਨਹੀਂ, ਸਗੋਂ ਆਤਮਾ ਦੇ, ਕਿਉਂਕਿ ਜੋ ਲਿਖਤ ਮਾਰ ਸੁੱਟਦੀ ਹੈ ਪਰ ਆਤਮਾ ਜੁਆਲਦਾ ਹੈ। ਪਰਮੇਸ਼ਰ ਨੇ ਸਾਨੂੰ ਨਵੇਂ ਨੇਮ ਦਾ ਕੰਮ ਕਰਨ ਦੀ ਆਗਿਆ ਦਿੱਤੀ ਹੈ ਜੋ ਜੀਵਨ ਦਿੰਦੀ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਦ ਨਵੇਂ ਨੇਮ ਦਾ ਫਸਾ ਮਨੁੱਖ ਜਾਤੀ ਦੇ ਲਈ ਪਰਮੇਸ਼ਰ ਵੱਲ ਮੁੜਨ ਦਾ ਇੱਕੋ ਰਾਹ ਹੈ। ਫਸਾ ਵਿੱਚ ਨਵੇਂ ਵਾਅਦੇ ਸਮਾਏ ਹੋਏ ਹਨ। ਫਸਾ ਸ਼ਕਤੀਸ਼ਾਲੀ ਹੈ ਕਿਉਂਕਿ ਇਸ ਦਾ ਵਾਅਦਾ ਨਾ ਸਿਰਫ ਧਰਤੀ ਤੇ ਦਿੱਤਾ ਗਿਆ ਹੈ ਬਲਕਿ ਇਹ ਸਵਰਗ ਦੇ ਸਦੀਪਕ ਰਾਜ ਵਿੱਚ ਜਾਰੀ ਰਹਿੰਦਾ ਹੈ। ਕਿਰਪਾ ਕਰਕੇ ਫਸਾ ਦੇ ਲਈ ਪਹਿਲਾਂ ਤੋਂ ਹੀ ਕਿਰਪਾਪੂਰਨ ਰੂਪ ਨਾਲ ਤਿਆਰ ਕਰੋ। ਊਚ ਦੀ ਪੁਸਤਕ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਰ ਨੇ ਲੋਕਾਂ ਨੂੰ ਫਸਾ ਦਾ ਪਰਬ ਮਨਾਉਣ ਦੇ ਲਈ ਤਿਆਰ ਕਰਨ ਨੂੰ ਕਿਹਾ ਸੀ। ਆਓ ਅਧਿਆਇ 12 ਵਚਨ 1 ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਦੇਖੀਏ। ਯਹੋਵਾ ਨੇ ਮਿਸਰ ਦੇਸ਼ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਆਰੰਭ ਹੋਵੇਗਾ ਔਰ ਇਹ ਤੁਹਾਡੇ ਵਰੇ ਦੇ ਮਹੀਨਿਆਂ ਵਿੱਚ ਪਹਿਲਾ ਹੈ। ਇਸਰਾਇਲ ਦੀ ਸਾਰੀ ਮੰਡਲੀ ਨੂੰ ਇਹ ਬੋਲੋ ਕਿ ਇਸ ਮਹੀਨੇ ਦੀ 10ਵੀਂ ਨੂੰ ਇੱਕ ਇੱਕ ਜਣਾ ਆਪੋ ਆਪਣੇ ਪਿੱਤਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਇੱਕ ਲੇਲਾ ਲਵੇ। ਔਰ ਜੇਕਰ ਕੋਈ ਟੱਬਰ ਵਿੱਚ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗੁਆਂਢੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪ੍ਰਾਣੀਆਂ ਦੇ ਲੇਖੇ ਅਨੁਸਾਰ ਲਵੇ। ਔਰ ਤੁਸੀਂ ਇੱਕ ਮਨੁੱਖ ਦੇ ਖਾਨ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਇਓ। ਤੁਹਾਡਾ ਲੇਲਾ ਬੱਜ ਤੋਂ ਰਹਿਤ ਔਰ ਇੱਕ ਵਰੇ ਦਾ ਨਰ ਹੋਵੇ। ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਿਓ ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤੀਕ ਰੱਖ ਛੱਡਣਾ। ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਲੇਲਿਆਂ ਨੂੰ ਤਿਆਰ ਕਰਨਾ ਚਾਹੀਦਾ ਹੈ ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤੀਕ ਰੱਖ ਛੱਡਣਾ। ਔਰ ਇਜ਼ਰਾਈਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ ਔਰ ਉਸ ਦੇ ਲਹੂ ਵਿੱਚੋਂ ਲੈ ਕੇ ਉਹਨਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀ ਬਾਹੀ ਅਤੇ ਸਿਰ ਉੱਤੇ ਲਾਉਣ। ਫਿਰ ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪੱਤੀ ਦੀ ਰੋਟੀ ਨਾਲ ਖਾਣ ਅਤੇ ਕੋੜੀ ਭਾਜੀ ਨਾਲ ਖਾਣ। ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨਿਆ ਹੋਇਆ ਕਦੀ ਨਾ ਖਾਇਓ, ਸਗੋਂ ਅੱਗ ਨਾਲ ਭੁੰਨਿਆ ਹੋਇਆ ਸਿਰੀ ਅਤੇ ਪੈਰਾਂ ਅਤੇ ਆਂਦਰਾਂ ਸਣੇ। ਔਰ ਤੁਸੀਂ ਸਵੇਰ ਤੱਕ ਉਹਦੇ ਵਿੱਚੋਂ ਬਚਾ ਕੇ ਨਾ ਰੱਖਿਓ, ਪਰ ਜੇ ਉਸ ਤੋਂ ਸਵੇਰ ਤੱਕ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ। ਪਰਮੇਸ਼ਰ ਨੇ ਉਹਨਾਂ ਨੂੰ ਪੂਰੀ ਇਮਾਨਦਾਰੀ ਨਾਲ ਫਸਹ ਦੀ ਤਿਆਰੀ ਕਰਨ ਦੇ ਲਈ ਕਿਹਾ ਤਾਂ ਜੋ ਇਸ ਨੂੰ ਪਵਿੱਤਰ ਅਤੇ ਭਗਤੀਹੀਨ ਤਰੀਕੇ ਨਾਲ ਮਨਾਇਆ ਜਾ ਸਕੇ। ਜੇ ਅਸੀਂ ਪਰਵ ਦੇ ਲਈ ਪਹਿਲੇ ਤੋਂ ਹੀ ਤਿਆਰੀ ਕਰਦੇ ਹਾਂ ਤਦ ਪਿਤਾ ਅਤੇ ਮਾਤਾ ਜੀ ਆਪਣੀਆਂ ਸਾਰੀਆਂ ਸੰਤਾਨਾਂ ਨੂੰ ਆਸ਼ੀਸ਼ ਦੇਣਗੇ ਜੋ ਨਿਯਮਿਤ ਪਰਬਾਂ ਵਿੱਚ ਸ਼ਾਮਿਲ ਨਾ ਹੋਣ ਦੇ ਕਾਰਨ ਦੁਖੀ ਰਹਿੰਦੀਆਂ ਹਨ ਅਤੇ ਇਸ ਚਿੰਤਾ ਵਿੱਚ ਕਿ ਉਹ ਇਸ ਨੂੰ ਠੀਕ ਨਾਲ ਮਨਾਉਣ ਲਈ ਅਸਫਲ ਹੋ ਸਕਦੀਆਂ ਹਨ, ਮਿਹਨਤ ਨਾਲ ਕੋਸ਼ਿਸ਼ ਕਰਦੀਆਂ ਹਨ ਜਿਵੇਂ ਰਾਜਾ ਯਹੋਸ਼ੀਆ ਅਤੇ ਰਾਜਾ ਹਿਜ਼ਕੀਆ ਨੂੰ ਦਿੱਤੀ ਗਈ ਸੀ। ਪਰਮੇਸ਼ਰ ਉਹਨਾਂ ਤੇ ਪਵਿੱਤਰ ਆਤਮਾ ਦਾ ਹੋਰ ਵੀ ਜ਼ਿਆਦਾ ਕਿਰਪਾ ਕਰਨਗੇ ਅਤੇ ਕੀਮਤੀ ਆਸ਼ੀਸ਼ ਦੇਣਗੇ। ਨਵੇਂ ਨੇਮ ਦਾ ਫਸਾ ਪਰਮੇਸ਼ਰ ਦੇ ਵੱਲ ਮੁੜਨ ਦਾ ਰਾਹ ਹੈ। ਸਾਰੀ ਮਨੁੱਖ ਜਾਤੀ ਨੂੰ ਅਸਲ ਵਿੱਚ ਇਹ ਜਾਣਨ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਦੇ ਵੱਲ ਮੁੜਨ ਦਾ ਇਹੋ ਇੱਕੋ ਰਾਹ ਹੈ। ਇਸ ਲਈ ਆਓ ਅਸੀਂ ਜਾਈਏ ਅਤੇ ਲੋਕਾਂ ਨੂੰ ਸਿਖਾਈਏ ਜੋ ਹੁਣ ਵੀ ਇਹ ਨਹੀਂ ਜਾਣਦੇ ਕਿ ਪਰਮੇਸ਼ਰ ਵੱਲ ਕਿਵੇਂ ਮੁੜਨਾ ਹੈ। ਇਹ ਆਸ ਕਰਦੇ ਹੋਏ ਕਿ ਤੁਸੀਂ ਇਸ ਸੱਚ ਨੂੰ ਕਈ ਲੋਕਾਂ ਤੱਕ ਪਹੁੰਚਾਓਗੇ ਅਤੇ ਇਸ ਸਾਲ ਦੇ ਫਸਾ ਦੇ ਮਾਧਿਅਮ ਨਾਲ ਉਹਨਾਂ ਦੀ ਤੋਬਾ ਵੱਲ ਅਗਵਾਈ ਕਰੋਗੇ। ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।